ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੀਵੀ ਸਿੱਖਿਆ ਸੈਂਟਰ 'ਤੇ। ਅੱਜ ਅਸੀਂ ਪੰਜਾਬ ਜੀਕੇ ਵਿੱਚ ਪੰਜਾਬ ਹਿਸਟਰੀ ਦੇ ਟੋਪ 30 MCQs ਕਰਾਂਗੇ। ਇਹ ਜੋ ਮੈਂ ਤੁਹਾਨੂੰ 30 ਪ੍ਰਸ਼ਨ ਕਰਾਵਾਂਗਾ, ਇਹ ਉਹ 30 ਪ੍ਰਸ਼ਨ ਹਨ ਜੋ ਬਾਰ-ਬਾਰ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ। ਤਾਂ ਬਿਨਾਂ ਸਮਾਂ ਖਰਾਬ ਕੀਤੇ ਆਪਾਂ ਵੱਧਦੇ ਹਾਂ ਅੱਜ ਦੀ ਕਲਾਸ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਹੈ ਜੀ, ਰਿਕੁਐਸਟ ਹੈ ਕਿ ਜੇਕਰ ਤੁਸੀਂ ਹੁਣ ਤੱਕ ਪੀਵੀ ਸਿੱਖਿਆ ਸੈਂਟਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਤਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ? ਪ੍ਰਸ਼ਨ ਨੰਬਰ 1 ਹੈ ਸਾਡੇ ਕੋਲ ਕਿ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ? ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਈ ਡੀ, ਮਹਾਰਾਜਾ ਦਲੀਪ ਸਿੰਘ। ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਰਾਣੀ ਜਿੰਦਾ ਦਾ ਬੇਟਾ ਸੀ। ਇਹ ਵੀ ਧਿਆਨ ਰੱਖਣਾ ਹੈ ਤੁਸੀਂ, ਰਾਣੀ ਜਿੰਦਾ। ਜੇਕਰ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਦਾ ਕੀ ਨਾਂ ਸੀ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਜੀ ਦੀ ਮਾਤਾ ਦਾ ਨਾਮ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਿਸਲਾਂ ਸੰਬੰਧੀ ਇਹਨਾਂ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਆਪਸ਼ਨ ਊੜਾ, ਮਿਸਲ ਸ਼ਬਦ ਅਰਬੀ ਦਾ ਹੈ, ਬਿਲਕੁਲ ਸਹੀ। ਸਿੱਖ ਮਿਸਲਾਂ ਦੀ ਗਿਣਤੀ 12 ਸੀ, ਇਹ ਵੀ ਸਹੀ ਹੈ। ਹਰ ਮਿਸਲ ਦਾ ਇੱਕ ਵੱਖ ਖੇਤਰ ਸੀ, ਬਿਲਕੁਲ ਸਹੀ। ਆਪਸ਼ਨ ਸੱਸਾ, ਬੰਦਾ ਬਹਾਦਰ ਨੇ ਮਿਸਲਾਂ ਦਾ ਸੰਗਠਨ ਕੀਤਾ, ਇਹ ਗਲਤ ਹੈ। ਤਾਂ ਇਸ ਤਰ੍ਹਾਂ ਸਾਡਾ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਊਗਾ ਆਪਸ਼ਨ ਸੱਸਾ। ਜੋ ਮਿਸਲਾਂ ਸੰਗਠਨ ਸੀ, ਇਹ ਦਲ ਖਾਲਸਾ ਨੂੰ ਜਦੋਂ 12 ਮਿਸਲਾਂ ਵਿੱਚ ਵੰਡਿਆ ਗਿਆ ਸੀ ਉਦੋਂ ਮਿਸਲਾਂ ਸੰਗਠਨ ਕੀਤਾ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਿਸਲਾਂ ਸੰਬੰਧੀ ਇਹਨਾਂ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਆਪਸ਼ਨ ਊੜਾ, ਮਿਸਲ ਸ਼ਬਦ ਅਰਬੀ ਦਾ ਹੈ ਜਿਸ ਦਾ ਅਰਥ ਹੈ ਬਰਾਬਰ ਵਾਲਾ। ਸਿੱਖ ਮਿਸਲਾਂ ਦੀ ਗਿਣਤੀ 12 ਸੀ, ਇਹ ਵੀ ਸਹੀ ਹੈ। ਹਰ ਮਿਸਲ ਦਾ ਇੱਕ ਵੱਖ ਖੇਤਰ ਸੀ ਜਿਸ ਵਿੱਚ ਉਸ ਮਿਸਲ ਦਾ ਮੁਖੀ ਪੂਰੀ ਸੁਤੰਤਰਤਾ ਨਾਲ ਕੰਮ ਕਰਦਾ ਸੀ, ਆਪਸ਼ਨ ਈ ਡੀ ਦਾ। ਆਪਸ਼ਨ ਸੱਸਾ, ਬੰਦਾ ਬਹਾਦਰ ਮਿਸਲਾਂ ਸੰਗਠਨ ਕੀਤਾ, ਇਹ ਗਲਤ ਹੈ। ਇਸ ਤਰ੍ਹਾਂ ਇਸ ਪ੍ਰਸ਼ਨ ਦਾ ਸਹੀ ਆਨਸਰ ਹੋ ਜਾਵੇਗਾ ਆਪਸ਼ਨ ਸੱਸਾ, ਨਵਾਬ ਕਪੂਰ ਸਿੰਘ ਨੇ ਮਿਸਲਾਂ ਦਾ ਸੰਗਠਨ ਕੀਤਾ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਨਵਾਬ ਕਪੂਰ ਸਿੰਘ। ਠੀਕ ਹੈ ਜੀ, ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ ਅਤੇ ਸਿੱਖ ਜਥੇਬੰਦੀਆਂ ਨੂੰ 12 ਮਿਸਲਾਂ ਵਿੱਚ ਵੰਡਿਆ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਕਦੋਂ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ ਤਾਂ 1748 ਈਸਵੀ ਵਿੱਚ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਲਾਹੌਰ 'ਤੇ ਕਿਸ ਨੇ ਜਿੱਤ ਪ੍ਰਾਪਤ ਕੀਤੀ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਸੱਸਾ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਰਣਜੀਤ ਸਿੰਘ ਨੇ ਕਦੋਂ ਜਿੱਤ ਪ੍ਰਾਪਤ ਕੀਤੀ? ਤਾਂ ਇਸ ਦਾ ਸਹੀ ਆਨਸਰ ਹੋਊਗਾ ਆਪਸ਼ਨ ਆੜਾ, 7 ਜੁਲਾਈ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਜਿੱਤ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਕਿਸ ਤੋਂ ਲਾਹੌਰ ਨੂੰ ਜਿੱਤਿਆ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਊੜਾ, ਭੰਗੀ ਸਰਦਾਰਾਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਜਿੱਤਿਆ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਸੱਸਾ, ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਊੜਾ, 1780 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਕਿਸ ਮਿਸਲ ਦੇ ਮੁਖੀ ਸਨ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਆੜਾ, ਸ਼ੁਕਰ ਚੱਕੀਆ ਮਿਸਲ ਦੇ ਮੁਖੀ ਸਨ। ਅਗਲਾ ਪ੍ਰਸ਼ਨ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ? ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਊੜਾ, ਮਹਾ ਸਿੰਘ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਹਾ ਸਿੰਘ ਦੀ ਮੌਤ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਆੜਾ, 12 ਸਾਲ। ਅਗਲਾ ਪ੍ਰਸ਼ਨ ਹੈ ਜੀ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਤਾ ਦੇ ਨਾਲ ਇੱਕ ਜੰਗ ਵਿੱਚ ਹਿੱਸਾ ਲਿਆ ਅਤੇ ਹਮਲਾ ਕਰਨ ਵਾਲੇ ਪਠਾਨ ਦਾ ਕਾਟਾ ਲਾ ਦਿੱਤਾ, ਉਸ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ? ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਸੱਸਾ, 10 ਸਾਲ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਦੋਂ ਕਬਜ਼ਾ ਕੀਤਾ? ਤਾਂ ਇਸਦਾ ਸਹੀ ਆਨਸਰ ਹੋਗਾ
ਆਪਸ਼ਨ ਈਡੀ 1799 ਈਸਵੀ ਵਿੱਚ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਦਾ ਕੀ ਨਾਮ ਰੱਖਿਆ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਸੱਸਾ ਨਾਨਕ ਸ਼ਾਹੀ ਸਿੱਕਾ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੇ ਸਾਲਾਂ ਵਿੱਚ ਮਿਸਲ ਦੀ ਸਰਦਾਰੀ ਮਿਲ ਗਈ? ਤਾਂ ਇਸਦਾ ਸਹੀ ਆਨਸਰ ਹੋਊਗਾ 18 ਸਾਲ ਆਪਸ਼ਨ ਊੜਾ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜੇ ਦੀ ਪਦਵੀ ਕਿਸ ਦਿਨ ਦਿੱਤੀ ਗਈ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਊੜਾ ਵਿਸਾਖੀ ਨੂੰ। ਅਗਲਾ ਪ੍ਰਸ਼ਨ ਹੈ ਜੀ ਰਾਜ ਪ੍ਰਬੰਧ ਵਿੱਚ ਨਿਯੁਕਤੀਆਂ ਕਿਸ ਆਧਾਰ 'ਤੇ ਕੀਤੀਆਂ ਗਈਆਂ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਸੱਸਾ ਯੋਗਤਾ ਦੇ ਆਧਾਰ 'ਤੇ। ਅਗਲਾ ਪ੍ਰਸ਼ਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਮੰਤਰੀਆਂ ਵਿੱਚ ਸਿੱਖ ਹਿੰਦੂ ਮੁਸਲਮਾਨ ਸਭ ਸ਼ਾਮਿਲ ਸਨ, ਉਸ ਦੇ ਦਰਬਾਰ ਨੂੰ ਕੀ ਕਿਹਾ ਜਾਂਦਾ ਸੀ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਈਡੀ ਦਰਬਾਰ ਖਾਲਸਾ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਮਹਾਰਾਜਾ ਨੇ ਕਸੂਰ ਉੱਤੇ ਕਦੋਂ ਕਬਜ਼ਾ ਕੀਤਾ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਆੜਾ 1801 ਈਸਵੀ ਵਿੱਚ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਮਹਾਰਾਜਾ ਨੇ ਮੁਲਤਾਨ ਦੀ ਜਿੱਤ ਕਦੋਂ ਪ੍ਰਾਪਤ ਕੀਤੀ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਊੜਾ 1818 ਈਸਵੀ ਵਿੱਚ ਮਹਾਰਾਜਾ ਨੇ ਮੁਲਤਾਨ ਦੀ ਜਿੱਤ ਪ੍ਰਾਪਤ ਕੀਤੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਕਸੂਰ ਤੋਂ ਸਿਵਾ ਹੋਰ ਕਿਹੜੇ ਸੂਬਿਆਂ ਨੂੰ ਮਹਾਰਾਜੇ ਨੇ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਊੜਾ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ। ਅਗਲਾ ਪ੍ਰਸ਼ਨ ਹੈ ਜੀ ਅਟਕ ਦਾ ਕਿਲ੍ਹਾ ਕਿਸ ਦਰਿਆ ਦੇ ਕੰਢੇ 'ਤੇ ਹੈ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਈਡੀ ਦਰਿਆ ਸਿੰਧ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਸੰਨ 1818 ਵਿੱਚ ਮੁਲਤਾਨ ਦਾ ਕਿਲ੍ਹਾ ਸਰ ਕਰਨ ਵਿੱਚ ਕਿੰਨਾ ਸਮਾਂ ਲੱਗਾ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਸੱਸਾ 3 ਮਹੀਨੇ ਤੋਂ ਉੱਪਰ ਦਾ ਸਮਾਂ ਲੱਗਿਆ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਮਹਾਰਾਜੇ ਨੇ ਕਾਂਗੜੇ ਦੇ ਇਲਾਕੇ ਨੂੰ ਆਪਣੇ ਰਾਜ ਵਿੱਚ ਕਦੋਂ ਮਿਲਾਇਆ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਈਡੀ 1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਨੂੰ ਆਪਣੇ ਇਲਾਕੇ ਵਿੱਚ ਮਿਲਾਇਆ। ਅਗਲਾ ਪ੍ਰਸ਼ਨ ਹੈ ਜੀ ਕਸ਼ਮੀਰ ਉੱਤੇ ਕਬਜ਼ਾ ਕਰਕੇ ਉੱਥੋਂ ਦਾ ਹਾਕਮ ਕਿਸ ਨੂੰ ਨਿਯੁਕਤ ਕੀਤਾ ਗਿਆ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਊੜਾ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਹਾਕਮ ਨਿਯੁਕਤ ਕੀਤਾ ਗਿਆ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਲਦਾਖ ਉੱਤੇ ਫਤਿਹ ਕਰਨ ਲਈ ਕਿੰਨੀ ਫੌਜ ਭੇਜੀ ਗਈ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਆੜਾ 8000। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਲਦਾਖ ਦੇ ਇਲਾਕੇ ਦੀ ਸੁਰੱਖਿਆ ਲਈ ਕਿੰਨੇ ਕਿਲ੍ਹੇ ਬਣਾਏ ਗਏ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਈਡੀ 2 ਕਿਲ੍ਹੇ ਬਣਾਏ ਗਏ। ਜਮਰੋਦ ਦੀ ਲੜਾਈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਜਮਰੋਦ ਦੀ ਲੜਾਈ ਵਿੱਚ ਕਿਹੜਾ ਮਹਾਨ ਜਰਨੈਲ ਸ਼ਹੀਦ ਹੋ ਗਿਆ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਆੜਾ ਹਰੀ ਸਿੰਘ ਨਲੂਆ। ਜਮਰੋਦ ਦੀ ਲੜਾਈ ਕਦੋਂ ਹੋਈ ਸੀ? ਤਾਂ 1837 ਈਸਵੀ ਵਿੱਚ ਹੋਈ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਦਾ ਜਨਮ ਕਦੋਂ ਹੋਇਆ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਆੜਾ 1802 ਈਸਵੀ ਵਿੱਚ। ਅਗਲਾ ਪ੍ਰਸ਼ਨ ਹੈ ਜੀ ਕੰਵਰ ਨੂੰ ਨਿਹਾਲ ਸਿੰਘ ਦਾ ਵਿਆਹ ਕਿਸ ਨਾਲ ਕੀਤਾ ਗਿਆ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਊੜਾ ਨਾਨਕੀ ਨਾਲ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਕੰਵਰ ਖੜਕ ਸਿੰਘ ਦੀ ਪਤਨੀ ਦਾ ਕੀ ਨਾਮ ਸੀ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਊੜਾ ਚੰਦ ਕੌਰ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ? ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਸੱਸਾ 1819 ਈਸਵੀ ਵਿੱਚ। 1819 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ 'ਤੇ ਜਿੱਤ ਪ੍ਰਾਪਤ ਕੀਤੀ। ਇੱਥੇ ਸਾਡੇ ਅੱਜ ਦੇ ਟੌਪ 30 MCQs ਪੂਰੇ ਹੁੰਦੇ ਹਨ। ਮੇਰੀ ਤੁਹਾਡੇ ਅੱਗੇ ਫਿਰ ਤੋਂ ਇੱਕ ਰਿਕੁਐਸਟ ਹੈ ਜੀ ਕਿ ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਿਓ ਜੀ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਮੈਂ ਇਸ ਤੋਂ ਪਹਿਲਾਂ 11 ਕਲਾਸਾਂ ਕਰਾ ਚੁੱਕਾ ਹਾਂ। ਜੇਕਰ ਤੁਸੀਂ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਮੈਂ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਦੀ ਜੋ ਪਲੇਲਿਸਟ ਹੈ ਉਹਨਾਂ ਨੂੰ ਆਈ ਬਟਨ 'ਤੇ ਪਾ ਦੇਵਾਂਗਾ। ਆਈ ਬਟਨ ਤੋਂ ਇਸ ਤੋਂ ਪਹਿਲਾਂ ਦੀ ਕਲਾਸਾਂ ਦੀ ਮੈਂ ਪਲੇਲਿਸਟ ਪਾ ਦਾਂਗਾ। ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਦੇਖ ਸਕਦੇ ਹੋ। ਅਤੇ ਇਹ ਕਲਾਸ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।